ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜਿਸ ਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ, ਸਰਬ ਵਿਆਪੀ ਜਾਂ ਆਲਮੀ ਮੰਨੀ ਜਾ ਚੁੱਕੀ ਹੈ, ਜਿਸ ਦਾ ਭਾਵ ਹੈ ਕਿ ਗੁਰਬਾਣੀ ਸੰਸਾਰ ਦੇ ਹਰ ਹਿੱਸੇ ਵਿੱਚ ਅਤੇ ਹਰ ਵਿਅਕਤੀ ਉੱਪਰ ਇਕਸਾਰਤਾ ਨਾਲ ਲਾਗੂ ਹੈ। ਡੰਡੀ ਗੁਰਬਾਣੀ ਲਈ ਵਿਅਕਤੀ ਕਿੱਥੋਂ ਦਾ ਰਹਿਣ ਵਾਲਾ ਹੈ, ਉਹ ਕਿਸ ਧਰਮ ਨਾਲ ਸੰਬੰਧਿਤ ਹੈ, ਉਹ ਕਿਸ ਜਾਤ ਦਾ ਹੈ, ਉਹ ਔਰਤ ਹੈ ਜਾਂ ਮਰਦ ਹੈ, ਕੋਈ ਫਰਕ ਨਹੀਂ ਪੈਂਦਾ। ਡੰਡੀ ਕਾਰਨ ਇਹ ਹੈ ਕਿ ਗੁਰਬਾਣੀ ਸਾਡੇ ਅੰਤਰ ਆਤਮਾ ਨਾਲ ਸੰਬੰਧਿਤ ਹੈ। ਡੰਡੀ ਅੰਤਰ ਆਤਮਾ ਸਭ ਦੀ ਇੱਕ ਹੈ। ਡੰਡੀ ਇਸ ਵਿੱਚ ਉਪਰੋਕਤ ਕੋਈ ਅੰਤਰ ਨਹੀਂ, ਇਸ ਲਈ ਇਸ ਨੂੰ ਆਲਮੀ ਜਾਂ ਸਰਬ ਵਿਆਪੀ ਮੰਨ ਲਿਆ ਗਿਆ ਹੈ। ਡੰਡੀ ਉਪਰੋਕਤ ਸ਼ਬਦ ਦਾ ਕੀਰਤਨ ਕਰਨ ਵਾਲਾ ਜਥਾ ਕੀਰਤਨ ਕਰਦਾ ਹੋਇਆ ਇਹ ਭਾਵ ਛੱਡ ਰਿਹਾ ਹੁੰਦਾ ਹੈ ਕਿ ਸੁਣ ਰਹੀ ਸੰਗਤ ਖਾਸ ਹੈ। ਉਹ ਅਸਥਾਨ ਖਾਸ ਹੈ ਜਿੱਥੇ ਕੀਰਤਨ ਕੀਤਾ ਜਾ ਰਿਹਾ ਹੈ, ਕਿਉਂਕਿ ਉੱਥੇ ਜਗਮਗ ਨੂਰ ਹੈ। ਡੰਡੀ ਜੇਕਰ ਉਹ ਸੰਗਤ ਖਾਸ ਹੋ ਗਈ, ਉਹ ਜਗ੍ਹਾ ਖਾਸ ਹੋ ਗਈ ਅਤੇ ਉੱਥੇ ਜਗਮਗ ਨੂਰ ਹੋ ਗਿਆ ਹੈ, ਤਾਂ ਫਿਰ ਗੁਰਬਾਣੀ ਆਲਮੀ ਜਾਂ ਸਰਬ ਵਿਆਪੀ ਕਿਵੇਂ ਹੋਈ? ਪ੍ਰਸ਼ਨ ਚਿੰਨ੍ਹ। ਇਸ ਤੋਂ ਭਾਵ ਤਾਂ ਇਹ ਹੋਇਆ ਕਿ ਜੋ ਪ੍ਰਚਲਿਤ ਅਰਥ ਲਏ ਜਾ ਰਹੇ ਹਨ, ਉਹ ਗੁਰਬਾਣੀ ਨੂੰ ਸਰਬ ਵਿਆਪੀ ਮੰਨਣ ਵਿੱਚ ਰੁਕਾਵਟ ਹਨ ਅਤੇ ਕਿਹਾ ਜਾ ਸਕਦਾ ਹੈ ਕਿ ਠੀਕ ਨਹੀਂ ਹਨ। ਡੰਡੀ ਅੱਗੇ ਵਧਣ ਤੋਂ ਪਹਿਲਾਂ ਸ਼ਬਦ ਕੀਰਤਨ ਬਾਰੇ ਵੀ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਡੰਡੀ ਕੀਰਤਨ ਸ਼ਬਦ ਕੀਰਤੀ ਸ਼ਬਦ ਤੋਂ ਬਣਿਆ ਹੈ। ਡੰਡੀ ਕੀਰਤੀ ਤੋਂ ਭਾਵ ਹੈ ਪਰਮਾਤਮਾ ਦੀ ਸਿਫਤ ਸਲਾਹ। ਡੰਡੀ ਪਰਮਾਤਮਾ ਜੀ ਦੇ ਗੁਣ ਗਾਨ ਕਰਦੇ ਹੋਏ, ਭਾਵ ਪਰਮਾਤਮਾ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਪਰਮਾਤਮਾ ਦਾ ਧੰਨਵਾਦ ਵਿਅਕਤ ਕਰਨਾ। ਡੰਡੀ ਧੰਨਵਾਦ ਸਿੱਧਾ ਹੀ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਹੋਰ ਲੋਕਾਂ ਨੂੰ ਸੁਣਾ ਕੇ। ਡੰਡੀ ਇਸ ਤਰ੍ਹਾਂ ਦਾ ਧੰਨਵਾਦ ਤਾਂ ਸ਼ਾਇਦ ਪਰਮਾਤਮਾ ਨੂੰ ਵੀ ਚੰਗਾ ਨਾ ਲੱਗਦਾ ਹੋਵੇ। ਡੰਡੀ ਇਸ ਨੂੰ ਹੀ ਗੁਰਬਾਣੀ ਵਿੱਚ ਕਰਮ ਕਾਂਡ ਕਿਹਾ ਗਿਆ ਹੈ। ਡੰਡੀ ਪਰੰਤੂ ਅਸੀਂ ਇਸ ਕਰਮ ਕਾਂਡ ਵਿੱਚ ਇੰਨਾ ਜ਼ਿਆਦਾ ਖੁੱਭ ਗਏ ਹਾਂ ਕਿ ਸਾਨੂੰ ਇਹ ਹੁਣ ਕਰਮ ਕਾਂਡ ਲੱਗਦਾ ਹੀ ਨਹੀਂ। ਡੰਡੀ ਜਦ ਵਿਅਕਤੀ ਮਿੱਠੇ ਸ਼ਰਬਤ ਨੂੰ ਪੀ ਕੇ ਖੁਸ਼ ਹੋਣ ਲੱਗ ਜਾਵੇ, ਤਾਂ ਉਹ ਆਤਮਾ ਨੂੰ ਆਨੰਦਿਤ ਕਰਨ ਵਾਲਾ ਅੰਮ੍ਰਿਤ ਰੂਪੀ ਬੂੰਦ ਦਾ ਸੁਆਦ ਚੱਖਣ ਤੋਂ ਵਾਂਝਾ ਰਹਿ ਜਾਂਦਾ ਹੈ। ਡੰਡੀ ਉਹ ਆਪਣੀ ਯਾਤਰਾ ਉੱਥੇ ਹੀ ਰੋਕ ਲੈਂਦਾ ਹੈ। ਡੰਡੀ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਵਿੱਚ ਆਮ ਜ਼ਿਕਰ ਆਉਂਦਾ ਹੈ ਕਿ ਗੁਰੂ ਜੀ ਨੇ ਜਦ ਬਾਣੀ ਉਚਾਰਨੀ ਹੁੰਦੀ ਸੀ, ਤਾਂ ਉਹ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਕਹਿੰਦੇ ਸਨ। ਡੰਡੀ ਉਸ ਵਕਤ ਉੱਥੇ ਬਾਣੀ ਅਕਾਲ ਪੁਰਖ ਨੂੰ ਸੁਣਾਈ ਜਾਂਦੀ ਸੀ, ਨਾ ਕਿ ਸੰਗਤ ਨੂੰ। ਡੰਡੀ ਇਹ ਗੱਲਬਾਤ ਗੁਰੂ ਨਾਨਕ ਦੇਵ ਜੀ ਅਤੇ ਅਕਾਲ ਪੁਰਖ ਦੋਵਾਂ ਵਿਚਾਲੇ ਸੀ। ਡੰਡੀ ਸਾਡੀ ਬਾਹਰ ਦੀ ਦੁਨੀਆ ਵਿੱਚ ਵੀ ਜੇ ਮੈਂ ਕਿਸੇ ਵਿਅਕਤੀ ਦੇ ਕੀਤੇ ਭਲੇ ਕੰਮਾਂ ਦਾ ਧੰਨਵਾਦ ਕਰਨਾ ਹੋਵੇ, ਤਾਂ ਮੈਂ ਉਸ ਨੂੰ ਵੱਖਰੇ ਤੌਰ 'ਤੇ ਮਿਲਾਂਗਾ। ਡੰਡੀ ਮੈਂ ਧੰਨਵਾਦ ਕਰਦਾ ਹੋਇਆ ਇਹ ਵੀ ਕਹਾਂਗਾ ਕਿ ਮੈਨੂੰ ਤਾਂ
ਸੁੱਝ ਹੀ ਨਹੀਂ ਰਿਹਾ ਕਿ ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ ਡੰਡੀ। ਮੈਨੂੰ ਤਾਂ ਸ਼ਬਦ ਹੀ ਨਹੀਂ ਸੁੱਝ ਰਹੇ ਤੁਹਾਡੇ ਧੰਨਵਾਦ ਕਰਨ ਲਈ। ਡੈਂਡੀ ਮੇਰੀ ਗੱਲਬਾਤ ਦੱਸੇਗੀ ਕਿ ਮੈਂ ਕਿਸ ਹੱਦ ਤੋਂ ਪਰਮਾਤਮਾ ਦਾ ਧੰਨਵਾਦ ਕਰ ਰਿਹਾ ਹਾਂ। ਡੰਡੀ ਜਿੰਨਾ ਧੰਨਵਾਦ ਦਿਲ ਦੀ ਗਹਿਰਾਈ ਤੋਂ ਆਵੇਗਾ ਓਨੇ ਸ਼ਬਦ ਘਟਦੇ ਜਾਣਗੇ। ਡੰਡੀ ਸ਼ਬਦ ਘਟਦੇ ਘਟਦੇ ਖਤਮ ਹੀ ਹੋ ਜਾਣਗੇ। ਡੰਡੀ ਬੋਲਣਾ ਕਿਸ ਨੂੰ ਹੈ, ਕਿਸ ਅੱਗੇ ਹੈ, ਉਸ ਨਾਲ ਤਾਂ ਇੱਕ ਮਿਕਤਾ ਹੋ ਗਈ। ਡੰਡੀ ਇਸ ਹਾਲਤ ਨੂੰ ਕਿਹਾ ਹੈ ਬਿਨ ਬੋਲਿਆਂ ਸਭ ਕੁਛ ਜਾਣਦਾ। ਡੰਡੀ ਇੱਥੇ ਆ ਕੇ ਸਾਡੀਆਂ ਗਿਆਨ ਇੰਦਰੀਆਂ ਇੱਕ ਇੱਕ ਕਰਕੇ ਚੁੱਪ ਕਰ ਜਾਣਗੀਆਂ ਅਤੇ ਬੰਦ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਜਾਵੇਗੀ। ਡੰਡੀ ਸਾਰੀਆਂ ਗਿਆਨ ਇੰਦਰੀਆਂ ਪਰਮਾਤਮਾ ਨਾਲ ਇੱਕਮਿਕ ਹੋ ਜਾਣਗੀਆਂ। ਡੰਡੀ ਨਾ ਬੋਲਣ ਲਈ ਕੁਝ ਹੈ ਅਤੇ ਨਾ ਹੀ ਅਰਦਾਸ ਕਰਕੇ ਮੰਗਣ ਨੂੰ ਕੁਝ ਹੈ। ਡੰਡੀ ਇਸ ਸਟੇਜ ਨੂੰ ਅਰਦਾਸ ਕਰਨ ਵੇਲੇ ਕਿਹਾ ਜਾਂਦਾ ਹੈ ਕਿ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਡੰਡੀ ਅਸੀਂ ਜਨ ਅਰਦਾਸ ਵਿੱਚ ਹੋਏ ਇਕੱਠ ਨੂੰ ਬਣਾ ਲਿਆ ਹੈ। ਡੰਡੀ ਅਸੀਂ ਇਹ ਕਦੇ ਨਹੀਂ ਸੋਚਿਆ ਕਿ ਮੇਰੀ ਅਰਦਾਸ ਅਧੂਰੀ ਕਿਉਂ ਰਹਿ ਗਈ ਹੈ, ਜਦ ਕਿ ਗੁਰੂ ਜੀ ਕਹਿ ਰਹੇ ਹਨ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਡੰਡੀ ਜੇ ਇਕੱਠ ਹੀ ਜਨ ਹੈ ਤਾਂ ਇਸ ਦਾ ਮਤਲਬ ਹੋਇਆ ਕਿ ਇਕੱਲਾ ਬੰਦਾ ਤਾਂ ਅਰਦਾਸ ਕਰ ਹੀ ਨਹੀਂ ਸਕਦਾ। ਡੰਡੀ ਤਾਂ ਫਿਰ ਗੁਰਬਾਣੀ ਆਲਮੀ ਨਹੀਂ ਕਹੀ ਜਾ ਸਕਦੀ। ਡੰਡੀ ਇੱਥੇ ਜਨ ਸਾਡੀਆਂ ਗਿਆਨ ਇੰਦਰੀਆਂ ਨੂੰ ਕਿਹਾ ਗਿਆ ਹੈ। ਡੰਡੀ ਜਦ ਉਹ ਸਾਡੀ ਅਰਦਾਸ ਵਿੱਚ ਸ਼ਾਮਲ ਹੋ ਜਾਣਗੀਆਂ ਤਾਂ ਅਰਦਾਸ ਬਿਰਥੀ ਨਹੀਂ ਜਾਵੇਗੀ। ਡੰਡੀ ਅਸੀਂ ਲੋੜੀਂਦੀ ਮਿਹਨਤ ਤੋਂ ਕਤਰਾਉਂਦੇ ਹੋਏ ਆਸਾਨ ਤਰੀਕੇ ਮਨ ਨੂੰ ਖੁਸ਼ ਕਰਨ ਲਈ ਅਪਣਾ ਲਏ ਹਨ। ਡੰਡੀ ਲਾਭ ਹੋਵੇ ਜਾਂ ਨਾ ਇਸ ਗੱਲ ਨਾਲ ਕੋਈ ਸੰਬੰਧ ਨਹੀਂ ਹੈ। ਡੰਡੀ ਇਹ ਸਭ ਕੁਝ ਕਰਮ ਕਾਂਡ ਵਿੱਚ ਹੀ ਆਉਂਦਾ ਹੈ। ਡੰਡੀ ਗੁਰਬਾਣੀ ਨਾਲ ਅਸੀਂ ਆਤਮਾ ਰਾਹੀਂ ਜੁੜਨਾ ਸੀ, ਇਹ ਔਖਾ ਸੀ। ਡੰਡੀ ਅਸੀਂ ਆਸਾਨ ਤਰੀਕਾ ਲੱਭ ਲਿਆ ਅਤੇ ਗੁਰਬਾਣੀ ਨੂੰ ਸਰੀਰ ਨਾਲ ਜੋੜ ਲਿਆ। ਡੰਡੀ ਹੁਣ ਉਪਰੋਕਤ ਸ਼ਬਦ ਵੱਲ ਆਉਂਦੇ ਹਾਂ। ਡੰਡੀ ਇੱਥੇ ਜੋ ਗੁਰੂ ਜੀ ਕਹਿ ਰਹੇ ਹਨ ਉਹਨਾਂ ਦੇ ਭਾਵ ਅਨੁਸਾਰ ਨਾ ਤਾਂ ਸਾਧ ਸੰਗਤ ਖਾਸ ਹੈ, ਨਾ ਹੀ ਅਸਥਾਨ ਖਾਸ ਹੈ ਅਤੇ ਨਾ ਹੀ ਬਾਹਰ ਰੂਪੀ ਜਗਮਗ ਨੂਰ ਹੈ। ਡੰਡੀ ਇਹ ਅਸੀਂ ਸ਼ਬਦੀ ਅਰਥ ਲੈ ਲਏ ਹਨ। ਡੰਡੀ ਸਾਧ ਤੋਂ ਭਾਵ ਹੈ ਰੱਬੀ ਗੁਣ। ਡੰਡੀ ਸੰਗਤ ਤੋਂ ਭਾਵ ਹੈ ਰੱਬੀ ਗੁਣਾਂ ਦਾ ਸਮੂਹ। ਡੰਡੀ ਚੰਗੇ ਗੁਣ ਜਿਵੇਂ ਪਿਆਰ, ਸਾਦਗੀ, ਹਮਦਰਦੀ, ਦਿਆਲਤਾ, ਕਿਰਪਾਲਤਾ ਆਦਿ ਦੇ ਸਮੂਹ ਨੂੰ ਇੱਥੇ ਸਾਧ ਸੰਗਤ ਕਿਹਾ ਗਿਆ ਹੈ। ਡੰਡੀ ਇਹ ਜਿਸ ਅਸਥਾਨ ਦੇ ਅੰਦਰ ਆ ਜਾਂਦੇ ਹਨ ਉਸ ਦਾ ਅਸਥਾਨ ਅੰਦਰ ਖਿੜ ਉੱਠਦਾ ਹੈ। ਡੰਡੀ ਉਹ ਨਿਹਾਲ ਹੋ ਜਾਂਦਾ ਹੈ। ਡੰਡੀ ਉਸ ਦਾ ਜਗਮਗ ਨੂਰ ਹੋ ਜਾਂਦਾ ਹੈ ਅਤੇ ਲੋਕਾਂ ਪ੍ਰਤੀ ਉਸ ਦਾ ਵਰਤਾਓ ਪਿਆਰ, ਹਮਦਰਦੀ ਅਤੇ ਕਿਰਪਾਲਤਾ
ਭਰਿਆ ਹੋ ਜਾਂਦਾ ਹੈ। ਡੰਡੀ ਉਸ ਦੇ ਅੰਦਰ ਦਾ ਹਨੇਰਾ ਦੂਰ ਹੋ ਜਾਂਦਾ ਹੈ। ਉਸ ਦੇ ਅੰਦਰ ਜਗਮਗ ਨੂਰ ਹੋ ਜਾਂਦਾ ਹੈ। ਡੰਡੀ ਬਾਹਰ ਦੇ ਜਗਮਗ ਨੂਰ ਨੂੰ ਗੁਰੂ ਜੀ ਆਸਾ ਦੀ ਵਾਰ ਵਿੱਚ ਪਹਿਲਾਂ ਹੀ ਨਕਾਰ ਚੁੱਕੇ ਹਨ। ਜਦ ਗੁਰੂ ਜੀ ਕਹਿ ਰਹੇ ਹਨ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਡੰਡੀ। ਇੱਥੇ ਵੀ ਗੁਰੂ ਜੀ ਬਾਹਰ ਦੇ ਹਨੇਰੇ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਬਾਹਰ ਦਾ ਹਨੇਰਾ ਤਾਂ ਸੂਰਜ ਦੀ ਰੌਸ਼ਨੀ ਨਾਲ ਦੂਰ ਹੋ ਸਕਦਾ ਹੈ। ਡੰਡੀ ਗੁਰੂ ਜੀ ਅੰਦਰ ਦੇ ਹਨੇਰੇ ਦੀ ਗੱਲ ਕਰ ਰਹੇ ਹਨ, ਜਿਹੜਾ ਰੱਬੀ ਗਿਆਨ ਨਾਲ ਹੀ ਦੂਰ ਹੋ ਸਕਦਾ ਹੈ। ਡੰਡੀ ਗੁਰੂ ਜੀ ਗੁਰਬਾਣੀ ਵਿੱਚ ਅੰਤਰ ਆਤਮਾ ਦੀ ਹੀ ਗੱਲ ਕਰ ਰਹੇ ਹਨ। ਡੰਡੀ ਉਹ ਸਾਨੂੰ ਅੰਦਰ ਨਾਲ ਜੋੜ ਰਹੇ ਹਨ। ਡੰਡੀ ਥੋੜ੍ਹਾ ਔਖਾ ਹੈ। ਡੰਡੀ ਅਸੀਂ ਆਤਮਾ ਪੱਖੀ ਗੱਲ ਨਾ ਕਰਦੇ ਹੋਏ ਮਨ ਪੱਖੀ ਕਰਦੇ ਹਾਂ, ਜਿਸ ਦਾ ਨਤੀਜਾ ਨਿਕਲਦਾ ਹੈ ਕਿ ਅਸੀਂ ਖਾਲੀ ਦੇ ਖਾਲੀ ਹੱਥ ਹੀ ਰਹਿ ਗਏ ਹਾਂ। ਡੰਡੀ ਅਸੀਂ ਆਸਾਨ ਹੱਲ ਲੱਭ ਲਏ ਹਨ। ਡੰਡੀ ਉਹ ਸਾਨੂੰ ਮਨਜ਼ੂਰ ਹਨ। ਡੰਡੀ ਲਾਭ ਹੈ ਜਾਂ ਨਹੀਂ, ਇਸ ਗੱਲ ਵੱਲ ਧਿਆਨ ਨਹੀਂ ਹੈ। ਡੰਡੀ ਗੁਰਬਾਣੀ ਪੜ੍ਹਨ ਵਾਲੀ ਹੀ ਚੀਜ਼ ਨਹੀਂ। ਡੰਡੀ ਇਹ ਤਾਂ ਨਾਲ ਦੀ ਨਾਲ ਕਮਾਉਣ ਵਾਲੀ ਵੀ ਹੈ। ਡੰਡੀ ਬਿਨਾਂ ਕਮਾਉਣ ਦੇ ਇਹ ਸਭ ਕੁਝ ਕਰਮ ਕਾਂਡ ਹੀ ਹੈ। ਡੰਡੀ ਪਹਿਰਾ ਜੇਕਰ ਗੁਰਦੁਆਰਿਆਂ ਵਿੱਚ ਮਸੰਦ ਪੁਜਾਰੀਆਂ ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਿੱਖ ਰਾਜ ਉੱਤੇ ਡੋਗਰੇ ਹਾਵੀ ਹੋ ਗਏ ਸਨ, ਉਸ ਸਮੇਂ ਤੋਂ ਹੀ ਇਹਨਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਸਨ। ਡੰਡੀ ਧਿਆਨ ਸਿੰਘ ਡੋਗਰੇ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਸਾਡਾ ਸਿੱਖ ਰਾਜ ਹੀ ਗਦਾਰੀਆਂ ਕਰਕੇ ਅੰਗਰੇਜ਼ਾਂ ਹਵਾਲੇ ਨਾ ਕੀਤਾ, ਸਗੋਂ ਸਾਡੇ ਸਿੱਖ ਧਰਮ ਨੂੰ ਵੀ ਜੰਮੂ ਤੋਂ ਡੋਗਰੇ ਲਿਆ ਕੇ ਉਹਨਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਗੁਰਦੁਆਰਿਆਂ ਵਿੱਚ ਬਿਠਾ ਦਿੱਤਾ। ਡੰਡੀ ਉਹਨਾਂ ਬੰਦਿਆਂ ਨੂੰ ਹੀ ਪੁਜਾਰੀਆਂ ਜਾਂ ਮਸੰਦਾਂ ਦਾ ਨਾਮ ਦਿੱਤਾ ਗਿਆ। ਡੰਡੀ ਇਹਨਾਂ ਮਸੰਦ ਡੋਗਰਿਆਂ ਨੂੰ ਸਿੱਖ ਰਾਜ ਪ੍ਰਤੀ ਕੋਈ ਪਿਆਰ ਜਾਂ ਸ਼ਰਧਾ ਨਹੀਂ ਸੀ। ਡੰਡੀ ਇਹਨਾਂ ਨੇ ਗੁਰਦੁਆਰਿਆਂ ਦਾ ਦਾਨ ਖਾਣਾ ਅਤੇ ਗੁਰਦੁਆਰਿਆਂ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। ਡੰਡੀ ਬੱਚਿਆਂ ਲਈ ਮਾਂ ਦਾ ਦੁੱਧ ਅੰਮ੍ਰਿਤ ਵਰਗਾ ਹੁੰਦਾ ਹੈ, ਜੋ ਕਿ ਬੱਚੇ ਨੂੰ ਨਰੋਈ, ਤੰਦਰੁਸਤ ਅਤੇ ਮਜ਼ਬੂਤ ਸਿਹਤ ਤਾਂ ਦਿੰਦਾ ਹੀ ਹੈ, ਸਗੋਂ ਬੱਚਿਆਂ ਨੂੰ ਤੇਜ਼ ਅਤੇ ਵਿਲੱਖਣ ਬੁੱਧੀ ਅਤੇ ਅਰੋਗ ਜੀਵਨ ਵੀ ਬਖਸ਼ਦਾ ਹੈ। ਡੰਡੀ ਬਚਪਨ ਵਿੱਚ ਚੰਗੀ ਤਰ੍ਹਾਂ ਪੀਤਾ ਗਿਆ ਮਾਂ ਦਾ ਦੁੱਧ ਇਨਸਾਨ ਨੂੰ ਸਾਰੀ ਉਮਰ ਹੀ ਹਰ ਤਰ੍ਹਾਂ ਦੀ ਐਲਰਜੀ ਦਾ ਟਾਕਰਾ ਕਰਨ ਦੀ ਸ਼ਕਤੀ ਦਿੰਦਾ ਹੈ। ਡੰਡੀ ਹਰ ਔਰਤ ਜਦੋਂ ਮਾਂ ਬਣਦੀ ਹੈ ਤਾਂ ਉਸ ਦੀਆਂ ਛਾਤੀਆਂ ਵਿੱਚ ਦੁੱਧ ਦੇ ਸੋਮੇ ਪੂਰੇ ਭਰ ਜਾਂਦੇ ਹਨ। ਡੰਡੀ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਰਿਸ਼ਟ ਪੁਸ਼ਟ, ਚੰਗੇ ਤਕੜੇ ਅਤੇ ਮਿਹਨਤੀ ਨੌਜਵਾਨ ਮੁੰਡੇ ਕੁੜੀਆਂ ਬਣਦੇ ਹਨ ਅਤੇ ਉਹ ਛੇਤੀ ਕਿਤੇ ਬਿਮਾਰ ਵੀ
ਨਹੀਂ ਹੁੰਦੇ ਅਤੇ ਮਾਂ ਦਾ ਦੁੱਧ ਪੀਣ ਨਾਲ ਬੱਚੇ ਵਿੱਚ ਹਰ ਸਮੱਸਿਆਵਾਂ ਨਾਲ ਸਿੱਝਣ ਦੀ ਤਾਕਤ ਵੀ ਆ ਜਾਂਦੀ ਹੈ। ਡੰਡੀ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਮਨੋਵਿਗਿਆਨਕ ਤੌਰ 'ਤੇ ਵੀ ਤੇਜ਼ ਹੁੰਦੇ ਹਨ, ਜੋ ਕਿ ਦੂਸਰਿਆਂ ਲਈ ਰਾਹ ਦਸੇਰਾ ਬਣਦੇ ਹਨ। ਡੰਡੀ ਮਾਂ ਦੇ ਦੁੱਧ ਵਿੱਚ ਫੈਟ, ਸ਼ੂਗਰ, ਪਾਣੀ ਅਤੇ ਪ੍ਰੋਟੀਨ ਦੀ ਸਹੀ ਮਾਤਰਾ ਹੁੰਦੀ ਹੈ, ਜੋ ਬੱਚੇ ਦੀ ਚੰਗੀ ਸਿਹਤ ਲਈ ਬੇਹੱਦ ਜ਼ਰੂਰੀ ਹੁੰਦੇ ਹਨ। ਡੰਡੀ ਹਰ ਮਾਂ ਨੂੰ ਪੂਰਾ 1 ਸਾਲ ਆਪਣੇ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ। ਇਹ ਦੁੱਧ ਹੋਰ ਸਭ ਚੀਜ਼ਾਂ ਨਾਲੋਂ ਬੱਚੇ ਦੇ ਸਰੀਰ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਪਾਉਂਦਾ ਹੈ। ਡੰਡੀ ਨਵ ਜੰਮੇ ਬੱਚੇ ਨੂੰ ਹਰ 2 ਤੋਂ 3 ਘੰਟੇ ਬਾਅਦ ਦੁੱਧ ਪਿਲਾਉਣਾ ਚਾਹੀਦਾ ਹੈ। ਡੰਡੀ ਜਦੋਂ ਬੱਚੇ ਦੀ ਉਮਰ 4 ਤੋਂ 6 ਮਹੀਨੇ ਦੇ ਵਿਚਾਲੇ ਹੋਵੇ ਤਾਂ ਉਸ ਨੂੰ ਦੁੱਧ ਦੇ ਨਾਲ ਸਾਲਿਡ ਫੂਡ ਵੀ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਡੰਡੀ ਕਈ ਮਾਵਾਂ ਇਹ ਸੋਚਦੀਆਂ ਹਨ ਕਿ ਉਹਨਾਂ ਦੇ ਬੱਚੇ ਨੇ ਜਿੰਨਾ ਦੁੱਧ ਪੀਣਾ ਹੈ ਉਹਨਾਂ ਦੁੱਧ ਤਾਂ ਉਹਨਾਂ ਦੀਆਂ ਛਾਤੀਆਂ ਵਿੱਚ ਹੋਵੇਗਾ ਹੀ, ਨਹੀਂ ਤਾਂ ਉਹਨਾਂ ਦੀ ਅਜਿਹੀ ਸੋਚ ਗਲਤ ਹੈ। ਡੰਡੀ ਅਸਲ ਵਿੱਚ ਮਾਂ ਦੇ ਦੁੱਧ ਦੀ ਉਤਪੱਤੀ ਉਸ ਦੀ ਮੰਗ ਅਤੇ ਸਪਲਾਈ ਉੱਪਰ ਨਿਰਭਰ ਕਰਦੀ ਹੈ। ਡੰਡੀ ਮਾਂ ਆਪਣੇ ਬੱਚੇ ਨੂੰ ਜਿੰਨਾ ਆਪਣਾ ਦੁੱਧ ਪਿਲਾਏਗੀ ਓਨਾ ਜ਼ਿਆਦਾ ਹੀ ਦੁੱਧ ਉਸ ਦੀਆਂ ਛਾਤੀਆਂ ਵਿੱਚ ਬਣੇਗਾ। ਡੰਡੀ ਵੱਡੀ ਗਿਣਤੀ ਮਾਵਾਂ ਇਸ ਭਰਮ ਦਾ ਸ਼ਿਕਾਰ ਹੁੰਦੀਆਂ ਹਨ ਕਿ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਉਹਨਾਂ ਦੀ ਫਿਗਰ ਖਰਾਬ ਹੋ ਜਾਵੇਗੀ ਅਤੇ ਉਹਨਾਂ ਦੀਆਂ ਛਾਤੀਆਂ ਵਿੱਚ ਢਿੱਲਾਪਨ ਆ ਜਾਵੇਗਾ, ਜਿਸ ਕਰਕੇ ਉਹਨਾਂ ਦੀ ਸੁੰਦਰਤਾ ਜਾਂਦੀ ਰਹੇਗੀ। ਪਰ ਇਹ ਉਹਨਾਂ ਮਾਵਾਂ ਦਾ ਵਹਿਮ ਹੀ ਹੁੰਦਾ ਹੈ। ਡੰਡੀ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਵਾਲੀਆਂ ਛਾਤੀਆਂ ਵਿੱਚ ਕੋਈ ਢਿੱਲਾਪਨ ਨਹੀਂ ਆਉਂਦਾ। ਡੰਡੀ ਜੇ ਕੁਦਰਤੀ ਸੋਮਿਆਂ ਦੀ ਵਰਤੋਂ ਕੁਦਰਤ ਦੇ ਨਿਯਮਾਂ ਅਨੁਸਾਰ ਕੀਤੀ ਜਾਵੇ ਤਾਂ ਇਹਨਾਂ ਸੋਮਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਡੰਡੀ ਹਰ ਮਾਂ ਨੂੰ ਆਪਣੇ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਮੌਕੇ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਡੰਡੀ ਨਵ ਜੰਮੇ ਬੱਚੇ ਨੂੰ ਕਦੇ ਵੀ ਲੇਟ ਕੇ ਦੁੱਧ ਨਹੀਂ ਪਿਲਾਉਣਾ ਚਾਹੀਦਾ। ਮਾਂ ਵੱਲੋਂ ਲੇਟ ਕੇ ਨਵ ਜੰਮੇ ਬੱਚੇ ਨੂੰ ਦੁੱਧ ਪਿਲਾਉਣ ਨਾਲ ਮਾਂ ਦਾ ਦੁੱਧ ਕਈ ਵਾਰ ਬੱਚੇ ਦੀ ਸਾਹ ਨਾਲੀ ਵਿੱਚ ਚਲਿਆ ਜਾਂਦਾ ਹੈ, ਜੋ ਕਿ ਕਈ ਵਾਰ ਬੱਚੇ ਲਈ ਗੰਭੀਰ ਸਥਿਤੀ ਪੈਦਾ ਕਰ ਸਕਦਾ ਹੈ। ਡੰਡੀ ਕਈ ਵਾਰ ਮਾਂ ਵੱਲੋਂ ਖਾਧੀ ਗਈ ਕੋਈ ਦਵਾਈ ਬੱਚੇ ਨੂੰ ਰਿਐਕਸ਼ਨ ਕਰ ਜਾਂਦੀ ਹੈ, ਇਸ ਲਈ ਜਦੋਂ ਤੱਕ ਬੱਚਾ ਦੁੱਧ ਪੀਂਦਾ ਰਹੇ ਤਾਂ ਦਵਾਈਆਂ ਡਾਕਟਰ ਤੋਂ ਬਿਨਾਂ ਪੁੱਛੇ ਨਹੀਂ ਲੈਣੀਆਂ ਚਾਹੀਦੀਆਂ। ਡੰਡੀ ਹਰ ਮਾਂ ਨੂੰ ਬੱਚੇ ਨੂੰ ਦੁੱਧ ਪਿਲਾਉਣ ਵੇਲੇ ਆਪਣੀਆਂ ਛਾਤੀਆਂ ਸਾਫ਼ ਪਾਣੀ ਨਾਲ ਧੋ ਲੈਣੀਆਂ ਚਾਹੀਦੀਆਂ ਹਨ ਅਤੇ ਇਸ ਦੇ ਨਾਲ ਆਪਣੇ ਹੱਥ ਵੀ ਸਾਫ਼ ਕਰ ਲੈਣੇ ਚਾਹੀਦੇ ਹਨ। ਡੰਡੀ ਮਦਰ ਮਿਲਕ ਬੈਂਕਾਂ ਬਾਰੇ ਹਰ ਮਹਿਲਾ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਡੰਡੀ ਅਮਰੀਕਾ ਅਤੇ ਹੋਰ ਵਿਕਸਿਤ ਮੁਲਕਾਂ ਵਿੱਚ ਪਹਿਲਾਂ ਹੀ ਅਨੇਕਾਂ ਮਦਰ ਮਿਲਕ ਬੈਂਕ ਕੰਮ ਕਰ ਰਹੇ ਹਨ ਅਤੇ ਭਾਰਤ ਵਿੱਚ ਵੀ 16 ਮਦਰ ਮਿਲਕ ਬੈਂਕ ਕੰਮ ਕਰ ਰਹੇ ਹਨ, ਜਿੱਥੇ ਕਿ ਹਰ ਵਰਗ ਦੀਆਂ
ਦੀਆਂ ਮਹਿਲਾਵਾਂ ਆਪਣਾ ਦੁੱਧ ਜਮ੍ਹਾਂ ਕਰਵਾ ਸਕਦੀਆਂ ਹਨ ਅਤੇ ਇਹਨਾਂ ਮਦਰ ਮਿਲਕ ਬੈਂਕਾਂ ਵਿੱਚੋਂ ਉਹਨਾਂ ਬੱਚਿਆਂ ਲਈ ਮਾਂ ਦਾ ਦੁੱਧ ਮਿਲ ਜਾਂਦਾ ਹੈ ਜਿਹੜੇ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਸਿਹਤ ਕਾਰਨਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਆਪਣਾ ਦੁੱਧ ਨਹੀਂ ਪਿਲਾ ਸਕਦੀਆਂ। ਡੰਡੀ। ਸਾਡੀਆਂ ਬਹੁਤ ਸਾਰੀਆਂ ਆਦਤਾਂ ਹੁੰਦੀਆਂ ਹਨ ਜੋ ਦੂਜੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਡੰਡੀ। ਬਹੁਤ ਸਾਰੀਆਂ ਚੰਗੀਆਂ ਆਦਤਾਂ ਵੀ ਹੁੰਦੀਆਂ ਹਨ ਅਤੇ ਬਹੁਤ ਸਾਰੀਆਂ ਮਾੜੀਆਂ ਆਦਤਾਂ ਵੀ ਹੁੰਦੀਆਂ ਹਨ। ਡੰਡੀ। ਜਿਵੇਂ ਮਾੜੀ ਆਦਤ ਘਰ ਵਿੱਚ ਇੱਕ ਬੰਦਾ ਨਸ਼ਾ ਕਰਦਾ ਅਤੇ ਸ਼ਰਾਬ ਪੀ ਕੇ ਘਰ ਆਉਂਦਾ ਹੈ। ਡੰਡੀ। ਇਸ ਨਾਲ ਘਰ ਵਿੱਚ ਲੜਾਈ ਝਗੜਾ ਰਹਿੰਦਾ ਹੈ ਜਿਸ ਦਾ ਮਾੜਾ ਪ੍ਰਭਾਵ ਔਰਤ ਅਤੇ ਉਸ ਦੇ ਬੱਚਿਆਂ 'ਤੇ ਪੈਂਦਾ ਹੈ ਜਿਸ ਨਾਲ ਸਾਰਾ ਪਰਿਵਾਰ ਦੁਖੀ ਰਹਿੰਦਾ ਹੈ। ਡੰਡੀ। ਬਹੁਤ ਸਾਰੀਆਂ ਚੰਗੀਆਂ ਆਦਤਾਂ ਵੀ ਹੁੰਦੀਆਂ ਹਨ ਜੋ ਇੱਕ ਵਿਅਕਤੀ ਨੂੰ ਇੱਕ ਆਦਰਸ਼ ਵਿਅਕਤੀ ਵੀ ਬਣਾ ਦਿੰਦੀਆਂ ਹਨ। ਡੰਡੀ। ਜਿਨ੍ਹਾਂ ਵੱਲ ਦੇਖ ਕੇ ਇੱਕ ਚੰਗਾ ਵਿਅਕਤੀ ਬਣਨ ਦੀ ਸਿੱਖਿਆ ਮਿਲਦੀ ਹੈ। ਡੰਡੀ। ਜਿਵੇਂ ਇੱਕ ਬੱਚੇ ਦੇ ਮਾਤਾ ਪਿਤਾ ਹੀ ਕਹਿ ਲਵੋ। ਡੰਡੀ। ਜੇਕਰ ਇੱਕ ਬੱਚੇ ਦੇ ਸਾਹਮਣੇ ਇੱਕ ਮਾਤਾ ਪਿਤਾ ਚੰਗੇ ਗੁਣ ਸੰਸਕਾਰਾਂ ਦੀ ਕਦਰ ਕਰਦੇ ਹਨ ਤਾਂ ਇੱਕ ਬੱਚਾ ਵੀ ਉਹਨਾਂ ਵੱਲ ਦੇਖ ਕੇ ਚੰਗਾ ਵਿਅਕਤੀ ਬਣਨ ਦੀ ਪ੍ਰੇਰਨਾ ਲੈਂਦਾ ਹੈ ਅਤੇ ਬੱਚਾ ਆਪਣੇ ਅੰਦਰ ਹਰ ਚੰਗੀ ਆਦਤ ਪਾਉਣ ਦੀ ਕੋਸ਼ਿਸ਼ ਕਰੇਗਾ। ਡੰਡੀ। ਜੋ ਆਦਤਾਂ ਉਸ ਦੇ ਮਾਤਾ ਪਿਤਾ ਦੇ ਅੰਦਰ ਹਨ। ਡੰਡੀ। ਹਰ ਬੱਚੇ ਲਈ ਉਸ ਦੇ ਮਾਤਾ ਪਿਤਾ ਪਹਿਲੇ ਗੁਰੂ ਅਤੇ ਅਧਿਆਪਕ ਹੁੰਦੇ ਹਨ। ਡੰਡੀ। ਬਾਕੀ ਸਮਾਜ ਅਤੇ ਬਾਕੀ ਲੋਕ ਸਭ ਬਾਅਦ ਵਿੱਚ ਆਉਂਦੇ ਹਨ। ਡੰਡੀ। ਵੈਸੇ ਸਾਡੀਆਂ ਬਹੁਤ ਸਾਰੀਆਂ ਆਦਤਾਂ ਹਨ ਜੋ ਦੂਜਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਡੰਡੀ। ਜਿਵੇਂ ਸਾਡਾ ਰਹਿਣ ਸਹਿਣ ਪਹਿਰਾਵਾ ਅਤੇ ਦੂਜਿਆਂ ਨਾਲ ਮਿਲਣਾ ਗੱਲ ਕਰਨ ਦਾ ਤਰੀਕਾ ਵੀ ਦੂਜੇ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ। ਡੰਡੀ। ਕਿਸੇ ਦੂਜੇ ਵਿਅਕਤੀ ਨੂੰ ਬੁਲਾਉਣ ਦਾ ਤਰੀਕਾ ਵੱਡਿਆਂ ਦਾ ਆਦਰ ਸਤਿਕਾਰ ਕਰਨਾ ਕਿਸੇ ਨਾਲ ਹੱਸ ਕੇ ਅਤੇ ਸਹੀ ਢੰਗ ਨਾਲ ਗੱਲ ਕਰਨ ਦਾ ਤਰੀਕਾ ਹਰ ਇੱਕ ਨੂੰ ਬੁਲਾਉਣਾ ਅਤੇ ਘਰ ਆਏ ਮਹਿਮਾਨਾਂ ਦਾ ਆਦਰ ਸਤਿਕਾਰ ਕਰਨਾ ਸਾਡਾ ਸਮੁੱਚਾ ਰਹਿਣ ਸਹਿਣ ਹੀ ਦੂਜੇ ਨੂੰ ਪ੍ਰਭਾਵਿਤ ਕਰਦਾ ਹੈ। ਡੰਡੀ। ਇਸ ਕਰਕੇ ਸਾਨੂੰ ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ। ਡੰਡੀ। ਕਿਸੇ ਦੂਜੇ ਦੀ ਖੁਸ਼ੀ ਲਈ ਵੀ ਖੁਸ਼ ਹੋ ਕੇ ਦੇਖੋ। ਡੰਡੀ। ਤੁਹਾਨੂੰ ਆਪਣੇ ਆਪ ਹੀ ਬਹੁਤ ਖੁਸ਼ੀ ਹੋਵੇਗੀ। ਡੰਡੀ। ਬਰਸਾਤ ਦੇ ਦਿਨਾਂ ਵਿੱਚ ਬੂਟਿਆਂ ਦਾ ਵਾਧਾ ਸਭ ਤੋਂ ਜ਼ਿਆਦਾ ਹੁੰਦਾ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ। ਡੰਡੀ। ਪਰ ਇਹ ਵੀ ਸੱਚ ਹੈ ਕਿ ਇਸੇ ਮੌਸਮ ਵਿੱਚ ਬੂਟਿਆਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਡੰਡੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮੌਸਮ ਵਿੱਚ ਨਾ ਸਿਰਫ ਬੂਟਿਆਂ ਨੂੰ ਕੀੜੇ ਮਕੌੜੇ ਬਹੁਤ ਪਰੇਸ਼ਾਨ ਕਰਦੇ ਹਨ ਸਗੋਂ ਬਾਲਕੋਨੀ ਜਾਂ ਛੱਤ ਵਿੱਚ ਬੂਟਿਆਂ 'ਤੇ ਆਉਣ ਵਾਲੇ
ਵੱਡੀ ਮਾਤਰਾ ਵਿੱਚ ਇਹ ਕੀੜੇ ਮਕੌੜੇ ਘਰ ਦੇ ਲੋਕਾਂ ਨੂੰ ਵੀ ਪਰੇਸ਼ਾਨ ਕਰਦੇ ਹਨ। ਡੰਡੀ ਬਰਸਾਤ ਵਿੱਚ ਬੂਟੇ ਸਿਹਤਮੰਦ ਹੋ ਜਾਂਦੇ ਹਨ, ਪਰ ਇਹ ਵੀ ਸਹੀ ਹੈ ਕਿ ਜ਼ਿਆਦਾ ਬਰਸਾਤ ਹੋਣ ਨਾਲ ਬੂਟਿਆਂ ਦੀ ਮਿੱਟੀ ਵਿੱਚੋਂ ਪੋਸ਼ਕ ਤੱਤ ਨਿਕਲ ਜਾਂਦੇ ਹਨ। ਡੰਡੀ ਇਸ ਮੌਸਮ ਵਿੱਚ ਬੂਟਿਆਂ ਵਿੱਚ ਉੱਲੀ ਲੱਗ ਜਾਂਦੀ ਹੈ ਅਤੇ ਜੇਕਰ ਜ਼ਰਾ ਜਿਹਾ ਧਿਆਨ ਨਾ ਦਿੱਤਾ ਜਾਵੇ ਤਾਂ ਬੂਟਿਆਂ ਦੀਆਂ ਜੜ੍ਹਾਂ 'ਚ ਪਾਣੀ ਜ਼ਿਆਦਾ ਸਮੇਂ ਤੱਕ ਰੁਕਿਆ ਰਹੇ ਤਾਂ ਬੂਟੇ ਮਰ ਜਾਂਦੇ ਹਨ। ਡੰਡੀ ਇਹਨਾਂ ਸਭ ਕਾਰਨਾਂ ਨਾਲ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਨੂੰ ਰਸੋਈ ਬਗੀਚੇ ਕਾਫੀ ਪਰੇਸ਼ਾਨ ਕਰਨ ਲੱਗਦੇ ਹਨ, ਕਿਉਂਕਿ ਇੰਨੀ ਦਿਨੀ ਇਸ ਵਿੱਚ ਮੱਛਰ ਦੀ ਚੰਗੀ ਗਿਣਤੀ ਪੈਦਾ ਹੋ ਜਾਂਦੀ ਹੈ। ਡੰਡੀ ਸਵਾਲ ਹੈ, ਬਰਸਾਤ ਦੇ ਦਿਨਾਂ ਵਿੱਚ ਇਹਨਾਂ ਸਭ ਸਮੱਸਿਆਵਾਂ ਨੂੰ ਹੱਲ ਕਿਸ ਤਰ੍ਹਾਂ ਕਰੀਏ? ਪ੍ਰਸ਼ਨ ਚਿੰਨ੍ਹ ਬਰਸਾਤ ਦੇ ਮੌਸਮ ਵਿੱਚ ਇਹਨਾਂ ਸਭ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਡੰਡੀ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਲਗਾਤਾਰ ਹੋ ਰਹੀ ਬਰਸਾਤ ਰੁਕੇ ਤਾਂ ਬੂਟਿਆਂ ਵਿੱਚ ਗਊ ਮੂਤਰ ਦਾ ਛਿੜਕਾਅ ਕਰ ਦਿਓ ਜਾਂ ਬਾਜ਼ਾਰ ਤੋਂ ਇਸ ਲਈ ਕੋਈ ਕੀਟਨਾਸ਼ਕ ਖਰੀਦ ਲਿਆਓ। ਡੰਡੀ ਇਸ ਛਿੜਕਾਓ ਨਾਲ ਬੂਟਿਆਂ ਵਿੱਚ ਪਾਣੀ ਨਾਲ ਲੱਗਣ ਵਾਲੀਆਂ ਬਿਮਾਰੀਆਂ ਨਹੀਂ ਲੱਗਣਗੀਆਂ। ਡੰਡੀ ਆਪਣੇ ਬੂਟਿਆਂ ਨੂੰ ਉੱਲੀ ਤੋਂ ਬਚਾਉਣ ਲਈ ਟ੍ਰਾਈਡਕੋਰਮ ਦੇ ਘੋਲ ਦਾ ਛਿੜਕਾਅ ਕਰੋ। ਡੰਡੀ ਜੇਕਰ ਲਗਾਤਾਰ ਬਰਸਾਤ ਹੋ ਰਹੀ ਹੋਵੇ ਤਾਂ ਕੁਝ ਸਮੇਂ ਲਈ ਬੂਟਿਆਂ ਨੂੰ ਛੱਤ ਹੇਠਾਂ ਰੱਖ ਦਿਓ, ਕਿਉਂਕਿ ਲਗਾਤਾਰ ਬਰਸਾਤ ਦੇ ਪਾਣੀ ਨਾਲ ਕਈ ਬੂਟੇ ਮਰ ਜਾਂਦੇ ਹਨ। ਡੰਡੀ ਬਰਸਾਤ ਦੇ ਦਿਨਾਂ ਵਿੱਚ ਇੱਕ ਤਰਲ ਫਰਟੀਲਾਈਜ਼ਰ ਆਉਂਦੀ ਹੈ, ਜਿਸ ਦਾ ਛਿੜਕਾਅ ਬੂਟਿਆਂ 'ਤੇ ਕਰਦੇ ਰਹੋ ਤਾਂ ਉਸ ਨਾਲ ਇਹ ਸਿਹਤਮੰਦ ਰਹਿੰਦੇ ਹਨ। ਡੰਡੀ ਇਸ ਨੂੰ ਘਰ ਵਿੱਚ ਵੀ ਬਣਾਇਆ ਜਾ ਸਕਦਾ ਹੈ। ਡੰਡੀ ਇਸ ਨੂੰ ਪਿਆਜ਼, ਲਸਣ ਅਤੇ ਸਭ ਤਰ੍ਹਾਂ ਦੇ ਫਲਾਂ ਅਤੇ ਸਬਜ਼ੀਆਂ ਦੇ ਛਿਲੜਾਂ, ਚਾਹ ਦੀ ਪੱਤੀ, ਵੇਸਣ ਅਤੇ ਗੁੜ ਨਾਲ ਬਣਾਇਆ ਜਾ ਸਕਦਾ ਹੈ। ਡੰਡੀ ਇਹਨਾਂ ਸਭ ਚੀਜ਼ਾਂ ਨੂੰ ਚਾਹ ਦੀ ਪੱਤੀ ਦੇ ਨਾਲ ਬਲੈਂਡਰ ਵਿੱਚ ਪੀ ਲਓ ਅਤੇ ਪੀਂਦੇ ਸਮੇਂ ਵਿਚਾਲੇ ਪਾਣੀ ਪਾਉਂਦੇ ਜਾਓ, ਜਿਸ ਨਾਲ ਇਹ ਬਰੀਕ ਪੀ ਹੋ ਜਾਵੇਗਾ। ਡੰਡੀ ਪੈਰਾ ਇਸ ਨਾਲ ਇਹ ਸਾਰੇ ਤੱਤ ਪਾਣੀ ਵਿੱਚ ਆ ਜਾਂਦੇ ਹਨ ਅਤੇ ਅਖੀਰ ਵਿੱਚ ਇਸ ਵਿੱਚ ਗੁੜ ਮਿਲਾ ਲਓ। ਡੰਡੀ ਇਸ ਪਾਣੀ ਨੂੰ ਕਿਸੇ ਡੱਬੇ ਵਿੱਚ ਭਰ ਲਓ ਅਤੇ ਵੇਸਣ ਮਿਲਾ ਕੇ 72 ਘੰਟਿਆਂ ਤੱਕ ਇਸ ਨੂੰ ਛਾਂ ਵਿੱਚ ਪਿਆ ਰਹਿਣ ਦਿਓ। ਡੰਡੀ 3 ਦਿਨ ਬਾਅਦ ਇਸ ਵਿੱਚ ਪਾਣੀ ਮਿਲਾ ਕੇ ਕਿਸੇ ਲੱਕੜੀ ਦੇ ਡੰਡੇ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਲਾ ਲਓ। ਡੰਡੀ ਫਿਰ ਚਾਸ਼ਣੀ ਨਾਲ ਛਾਣ ਲਓ ਅਤੇ ਛਾਨਣ ਤੋਂ ਬਾਅਦ ਜੋ ਕੁਝ ਬਚੇ ਉਸ ਵਿੱਚ ਫਿਰ ਤੋਂ ਪਾਣੀ ਪਾ ਦਿਓ। ਡੰਡੀ ਇਸ ਛਾਣੇ ਹੋਏ ਪਾਣੀ ਨੂੰ ਸਪਰੇਅ ਪੰਪ ਵਿੱਚ ਭਰ ਕੇ ਚੰਗੀ ਤਰ੍ਹਾਂ ਛਿੜਕ ਦਿਓ। ਡੰਡੀ ਇਹ ਉਹੀ ਕੰਮ ਕਰੇਗਾ ਜੋ ਕੰਮ ਰਸਾਇਣਿਕ ਕੀਟਨਾਸ਼ਕ ਕਰਦਾ ਹੈ। ਡੰਡੀ ਇਸ ਤਰ੍ਹਾਂ ਬੂਟਿਆਂ ਨੂੰ ਜੇਕਰ ਜੈਵਿਕ ਖਾਦ ਦੇਣ ਦੇ ਨਾਲ ਇੰਨੀ ਦਿਨੀ ਉਹਨਾਂ ਵਿੱਚ ਇਹ ਸਪਰੇਅ ਕਰਦੇ ਰਹੋਗੇ ਤਾਂ ਬੂਟਿਆਂ ਦੀਆਂ ਪੱਤੀਆਂ ਵਿੱਚ ਕਿਸੇ ਕਿਸਮ ਦੇ ਕੀੜੇ ਨਹੀਂ ਲੱਗਣਗੇ ਅਤੇ ਬੂਟੇ ਸਿਹਤਮੰਦ ਰਹਿਣਗੇ। ਡੰਡੀ ਇਸ ਸਭ ਦੇ ਨਾਲ ਬਰਸਾਤ ਦੇ ਦਿਨਾਂ ਵਿੱਚ ਬੂਟਿਆਂ ਦੀ ਲਗਾਤਾਰ ਗੋਡੀ ਵੀ ਕਰਦੇ ਰਹੋ, ਕਿਉਂਕਿ ਬਾਰਿਸ਼ ਦੇ ਦਿਨਾਂ ਵਿੱਚ ਬੂਟਿਆਂ ਦੇ ਚਾਰੇ ਪਾਸੇ ਘਾਹ ਉੱਗ ਜਾਂਦੀ ਹੈ ਜੋ ਬੂਟਿਆਂ ਦੇ ਹਿੱਸੇ ਦੇ
ਪੋਸ਼ਕ ਤੱਤ ਖਾ ਲੈਂਦੀ ਹੈ। ਡੰਡੀ।